ਵਿਰਾਸਤ ਟੀਵੀ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਤੇ ਅਰਦਾਸ ਜਿੱਥੇ ਕਿਤੇ ਹੋਵੋਗੇ ਪਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਭਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ। ਦੋਸਤੋ, ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਕਿਤਾਬ ਤੁਹਾਡੇ ਰੂਬਰੂ ਕਰਦੇ ਹਾਂ। ਜਿਸ ਕਿਤਾਬ ਨੂੰ ਪੜ੍ਹਿਆ ਸਾਡੇ ਜੀਵਨ ਦੇ ਵਿੱਚ ਕੁਝ ਪਲਟਾ ਆ ਸਕਦਾ ਹੈ ਜਾਂ ਸਾਡੇ ਜੀਵਨ ਦੇ ਵਾਸਤੇ ਉਹ ਕਿਤਾਬ ਰਾਹ ਦਸੇਰਾ ਸਾਬਤ ਹੋ ਸਕਦੀ ਹੈ। ਜਿੱਥੇ ਉਹ ਸਾਡਾ ਮਨੋਰੰਜਨ ਕਰਦੀ ਹੈ, ਜਿੱਥੇ ਸਾਨੂੰ ਆਪਣੇ ਸੱਭਿਆਚਾਰ, ਇਤਿਹਾਸ, ਧਰਮ, ਮਰਿਆਦਾ, ਆਪਣੇ ਫਿਲਾਸਫੀ ਦੇ ਨਾਲ ਜੋੜਦੀ ਹੈ, ਉੱਥੇ ਸਾਨੂੰ ਕਿਤਾਬ ਚੇਤਨ ਕਰਦੀ ਹੈ ਉਹਨਾਂ ਮੁੱਦਿਆਂ ਦੇ ਬਾਰੇ ਵੀ ਜਿਨ੍ਹਾਂ ਬਾਰੇ ਅਸੀਂ ਕਦੇ ਚੇਤੇ ਵਿੱਚ ਸੋਚਿਆ ਤੱਕ ਨਹੀਂ ਹੁੰਦਾ। ਸੋ ਕਿਤਾਬ ਆਪਣੇ ਆਪ ਦੇ ਵਿੱਚ ਇੱਕ ਬਹੁ ਗੁਣਾਂ ਵਾਲਾ ਜਿਹੜਾ ਇੱਕ ਖਜ਼ਾਨਾ ਹੁੰਦਾ ਹੈ, ਜਿਹਦੇ ਵਿੱਚ ਬਹੁਤ ਭਾਂਤ ਦੇ ਹੀਰੇ, ਮੋਤੀ, ਲਾਲ ਜਵਾਹਰਾਤ ਕਿਸੇ ਨਾ ਕਿਸੇ ਰੂਪ ਵਿੱਚ ਛੁਪੇ ਹੁੰਦੇ ਆ, ਜਿਹਨੂੰ ਅਸੀਂ ਇੱਕ ਗਿਆਨ ਦਾ ਰੂਪ ਵੀ ਕਹਿ ਸਕਦੇ ਹਾਂ, ਜਿਹਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਜੋ ਹੋ ਸਕਦਾ ਹੈ ਕਿ ਸਾਨੂੰ ਕਿਸੇ ਪੱਖ ਤੋਂ ਉਹ ਘੱਟ ਹੋਵੇ, ਪਰ ਜਦੋਂ ਅਸੀਂ ਕਿਸੇ ਕਿਤਾਬ ਦੇ ਨਾਲ ਜੁੜਦੇ ਹਾਂ ਅਤੇ ਕਿਤਾਬ ਦੇ ਵਿੱਚੋਂ ਸਾਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਜੇ ਸਾਡੀ ਦ੍ਰਿਸ਼ਟੀ ਚੰਗੀ ਹੈ, ਜੇ ਸਾਡੀ ਦ੍ਰਿਸ਼ਟੀ ਖੋਜੀ ਹੈ, ਬੰਦੇ ਖੋਜ ਦਿਲ ਹਰ ਰੋਜ਼ ਦਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਹੈ, ਜੇ ਅਸੀਂ ਉਹਨੂੰ ਥੋੜ੍ਹਾ ਬਹੁਤਾ ਮੰਨਦੇ ਹਾਂ ਅਤੇ ਗਿਆਨ ਨੂੰ ਖੋਜਣ ਦੇ ਵਾਸਤੇ ਸਾਡੇ ਮਨ ਅੰਦਰ ਜਗਿਆਸਾ ਪੈਦਾ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਅਸੀਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਾਂ, ਆਪਣੇ ਗਿਆਨ ਦੇ ਵਿੱਚ ਵੀ ਵਾਧਾ ਕਰ ਸਕਦੇ ਹਾਂ। ਉੱਥੇ ਆਪਣੀ ਜਿਹੜੀ ਆਉਣ ਵਾਲੀ ਪਨੀਰੀ ਹੈ, ਆਉਣ ਵਾਲੀ ਪੀੜ੍ਹੀ ਹੈ, ਆਪਣੇ ਬੱਚੇ, ਪਰਿਵਾਰ, ਸਮਾਜ, ਆਪਣੇ ਆਲੇ ਦੁਆਲੇ ਦੇ ਵਾਸਤੇ ਵੀ ਉਸ ਗਿਆਨ ਦੀ ਵਰਤੋਂ ਕਰਕੇ ਉਹਦੇ ਅੰਦਰ ਕੁਝ ਨਾ ਕੁਝ ਸੁਧਾਰ ਪੈਦਾ ਕਰ ਸਕਦੇ ਹਾਂ ਜਾਂ ਕਿਸੇ ਨੂੰ ਗਲਤ ਕੰਮਾਂ ਤੋਂ ਸਮਝਾ ਸਕਦੇ ਹਾਂ, ਪਰ ਤਾਂ ਜੇ ਸਾਡੇ ਕੋਲ ਗਿਆਨ ਹੋਵੇਗਾ। ਹੁਣ ਖਾਲੀ ਗਿਆਨ ਹੋਣ ਦਾ ਜਿਹੜਾ ਆ ਉਹ ਨੁਕਸਾਨ ਵੀ ਹੋ ਸਕਦਾ। ਸੋ ਜਿਹੜਾ ਗਿਆਨ ਹੈ, ਜੋ ਤੁਸੀਂ ਕਿਤਾਬਾਂ ਪੜ੍ਹ ਕੇ ਹਾਸਲ ਕੀਤਾ, ਕਿ ਉਹਨੂੰ ਅਮਲੀ ਤੌਰ 'ਤੇ ਵੀ ਲਾਗੂ ਕੀਤਾ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ, ਜਾਂ ਗਿਆਨ ਇਸ ਵਾਸਤੇ ਪੜ੍ਹਿਆ ਵੀ ਦੂਜਿਆਂ ਉੱਤੇ ਗਿਆਨ ਝਾੜਿਆ ਜਾ ਸਕੇ, ਇਹ ਦੋ ਚੀਜ਼ਾਂ ਵੀ ਵੱਖਰੀਆਂ। ਖੈਰ, ਵਿਸ਼ੇ ਵੱਲ ਆਵਾਂ ਅਤੇ ਅੱਜ ਜਿਸ ਕਿਤਾਬ ਦੀ ਮੈਂ ਗੱਲ ਕਰਨ ਲੱਗਿਆ, ਇਹ ਸਵੈ ਜੀਵਨੀ ਪੁਸਤਕ ਹੈ, ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਆਟੋਬਾਇਓਗ੍ਰਾਫੀ ਕਹਿੰਦੇ ਹਾਂ। ਹੁਣ ਸਵਾਲ ਪੈਦਾ ਹੁੰਦਾ ਹੈ ਵੀ ਜਦੋਂ ਸਵੈ ਜੀਵਨੀ ਦੀ ਗੱਲ ਤੁਰਦੀ ਹੈ ਅਤੇ ਪੰਜਾਬੀ ਸਾਹਿਤ ਦੀ ਗੱਲ ਆਉਂਦੀ ਹੈ, ਅਤੇ ਉੱਥੇ ਜਿਹੜੀ ਸ਼ੁਰੂਆਤੀ ਦੌਰ 'ਤੇ ਉਹ ਕਿਹੜੀ ਕਿਤਾਬ ਸੀ ਜਿਹੜੀ ਪੰਜਾਬੀ ਵਿੱਚ ਲਿਖੀ ਪਹਿਲੀ ਸਵੈ ਜੀਵਨੀ ਸੀ? ਸੋ ਦੋਸਤੋ, ਬਿਲਕੁਲ ਉਹੀਓ ਕਿਤਾਬ ਅੱਜ ਮੈਂ ਤੁਹਾਡੇ ਰੂਬਰੂ ਕਰਨ ਲੱਗਾ ਕਿ ਪੰਜਾਬੀ ਸਾਹਿਤ ਦੇ ਵਿੱਚ ਜਿਹੜਾ ਆ ਸਵੈ ਜੀਵਨੀਆਂ ਲਿਖਣ ਦਾ ਦੌਰ ਕਿਹਨੇ ਸ਼ੁਰੂ ਕੀਤਾ ਸੀ ਅਤੇ ਕਿਹੜੀ ਜਿਹੜੀ ਸਵੈ ਜੀਵਨੀ ਹੈ ਉਹ ਪੰਜਾਬੀ ਸਾਹਿਤ ਦੀ ਪਹਿਲੀ ਸਵੈ ਜੀਵਨੀ ਮੰਨੀ ਜਾਂਦੀ ਹੈ। ਬਿਲਕੁਲ ਦੋਸਤੋ, ਪ੍ਰਿੰਸੀਪਲ ਤੇਜਾ ਸਿੰਘ ਹੋਣਾ ਦੀ ਲਿਖੀ ਹੋਈ ਸਵੈ ਜੀਵਨੀ, ਜਿਸ ਦਾ ਨਾਮ ਹੈ ਆਰਸੀ ਦੇ ਮਾਇਨੇ ਸ਼ੀਸ਼ਾ ਹੁੰਦਾ ਆ, ਜਿਹਦੇ ਵਿੱਚ ਅਸੀਂ ਆਪਣਾ ਆਪ ਤੱਕਦੇ ਹਾਂ ਸਰੀਰਕ ਤੌਰ 'ਤੇ, ਜੋ ਸਾਨੂੰ ਸਾਡੇ ਇੱਕ ਗੁਮਾਨ ਹੁੰਦਾ ਵੀ ਅਸੀਂ ਬੜੇ ਖੂਬਸੂਰਤ ਹਾਂ, ਜਾਂ ਅਸੀਂ ਆਪਣੀ ਖੂਬਸੂਰਤੀ ਨੂੰ ਉਸ ਸ਼ੀਸ਼ੇ ਵਿੱਚ ਨਿਹਾਰਦੇ ਹਾਂ, ਅਸੀਂ ਸ਼ੀਸ਼ੇ ਵਿੱਚ ਆਪਣਾ ਆਪ ਦੇਖਦੇ ਹਾਂ ਸਰੀਰਕ ਤੌਰ 'ਤੇ ਜਾਂ ਬਾਹਰੀ ਤੌਰ 'ਤੇ। ਇੱਕ ਮਨ ਦੀ ਆਰਸੀ ਹੁੰਦੀ ਹੈ ਕਿ ਮਨ ਦੇ ਸ਼ੀਸ਼ੇ ਵਿੱਚ ਵੀ ਦੇਖੀਏ ਕਿ ਸਾਡਾ ਕਿਰਦਾਰ ਕਿੱਦਾਂ ਦਾ ਆ, ਸਾਡਾ ਵਿਵਹਾਰ ਕਿੱਦਾਂ ਦਾ ਆ, ਸਾਡਾ ਵਪਾਰ ਕਿੱਦਾਂ ਦਾ ਆ, ਕਿ ਸਾਡੇ ਵਪਾਰ ਵਿੱਚ ਕੋਈ ਬੇਈਮਾਨੀ ਤਾਂ ਨਹੀਂ, ਇਮਾਨਦਾਰ ਹੈ, ਸੋਹਣਾ ਹੈ, ਸੁਨੱਖਾ ਹੈ, ਗੱਭਰੂ ਹੈ, ਛੈਲ ਛਬੀਲਾ ਆ, ਸਾਫ ਸੁਥਰਾ ਆ, ਕਾਰੋਬਾਰ ਕਿੱਦਾਂ ਦਾ ਆ। ਸੋ ਇਹ ਖੈਰ ਉਸ ਵਿਸ਼ੇ ਵੱਲ ਆਪਾਂ ਨਾ ਜਾਈਏ। ਇਹ ਕਿਤਾਬ ਜਿਹੜੀ ਮੇਰੇ ਹੱਥ ਲੱਗੀ, ਜੋ ਮੈਂ ਪੜ੍ਹੀ, ਇਹਨੂੰ ਲੋਕ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ, ਔਰ ਇਹ ਐਡੀਸ਼ਨ ਸੀਗਾ ਮੇਰੇ ਕੋਲ ਸਾਲ 2017 ਵਿੱਚ ਪ੍ਰਕਾਸ਼ਿਤ ਹੋਇਆ। ਕਰੀਬ 160 ਕੁ ਇਸ ਕਿਤਾਬ ਦੇ ਪੰਨੇ ਆ, ਔਰ ਇਹਦੇ ਬਾਰੇ ਇਹ ਲਿਖਿਆ ਵੀ ਇਹ ਕਰਤਾ ਦੇ ਆਪਣੇ ਹੱਥੀਂ ਸੋਧਿਆ ਹੋਇਆ ਐਡੀਸ਼ਨ ਹੈ 10 ਜਨਵਰੀ 1958 ਤਾਈਂ, ਕਿਉਂਕਿ ਦੇਹਾਂਤ ਇਸੇ ਹੀ ਤਰੀਕ ਨੂੰ ਹੁੰਦਾ ਆ 10 ਜਨਵਰੀ 1958। ਇਸ ਲੇਖਕ ਦਾ ਜਨਮ 2 ਜੂਨ 1894 ਦਾ ਆ, ਔਰ ਤਕਰੀਬਨ ਇਸ ਕਿਤਾਬ ਦੇ ਵਿੱਚ 14 ਸਿਰਲੇਖਾਂ ਦੇ ਹੇਠ ਸਵੈ ਜੀਵਨੀ ਕਲਮਬੰਦ ਕੀਤੀ ਗਈ ਹੈ। ਮੁੱਢਲੀ ਅਵਸਥਾ, ਮਿਡਲ ਦੀ ਪੜ੍ਹਾਈ, ਅੰਮ੍ਰਿਤਸਰ ਦੀ ਪੜ੍ਹਾਈ, ਪਿੰਡੀ ਦੀ ਪੜ੍ਹਾਈ ਅਤੇ ਪ੍ਰੋਫੈਸਰੀ, ਖਾਲਸਾ ਕਾਲਜ ਦੀ ਨੌਕਰੀ ਪਹਿਲੀ ਵਾਰ ਜਦੋਂ ਕੀਤੀ ਉਹਨਾਂ ਨੇ, ਜੇਲ੍ਹ ਯਾਤਰਾ ਅੰਮ੍ਰਿਤਸਰ, ਜੇਲ੍ਹ ਯਾਤਰਾ ਲਾਹੌਰ ਕਿਲ੍ਹਾ, ਅਤੇ ਮੁੜ ਪ੍ਰੋਫੈਸਰੀ ਕੀਤੀ। ਫਿਰ ਮਲਾਇਆ ਅਤੇ ਸਿਆਮ ਦੀ ਯਾਤਰਾ, ਸਾਹਿਤ ਰਚਨਾ ਵੱਲ ਕਿੱਦਾਂ ਆਏ, ਇੱਕ ਖਾਲਸਾ ਕਾਲਜ ਛੱਡ ਦੂਜੇ ਵਿੱਚ ਕਿੱਦਾਂ ਗਏ, ਮਹਿੰਦਰਾ ਕਾਲਜ ਪਟਿਆਲਾ ਦਾ ਜ਼ਿਕਰ, ਮੇਰੇ ਮਿੱਤਰ, ਜਿਹਦੇ ਵਿੱਚ ਉਹਨਾਂ ਨੇ ਆਪਣੇ ਸਹਿਯੋਗੀਆਂ, ਦੋਸਤਾਂ, ਸੱਜਣਾਂ, ਮਿੱਤਰਾਂ ਦਾ ਜ਼ਿਕਰ ਕੀਤਾ, ਅਤੇ ਘਰੋਗੀ ਜੀਵਨ ਉਹਨਾਂ ਦਾ ਕਿਸ ਤਰ੍ਹਾਂ ਦਾ ਸੀਗਾ। ਸੋ ਇਹ 14 ਵਿਸ਼ਿਆਂ ਦੇ ਵਿੱਚ ਉਹਨਾਂ ਨੇ ਆਪਣੀ ਸਵੈ ਜੀਵਨੀ ਕਲਮਬੰਦ ਕੀਤੀ ਹੈ। ਕਿਤਾਬ ਨੂੰ, ਕਿਉਂਕਿ ਮੈਂ ਜਿਵੇਂ ਦੱਸਿਆ ਵੀ ਪਹਿਲੀ ਸਵੈ ਜੀਵਨੀ ਸੀ, ਔਰ ਆਰੰਭ ਦੇ ਵਿੱਚ ਇੱਕ ਬੜੀ ਖੂਬਸੂਰਤ ਪ੍ਰਾਰਥਨਾ ਉਹਨਾਂ ਲਿਖੀ ਹੈ ਕਿ ਮੇਰੇ ਰੱਬ ਜੀ, ਮੇਰੀ ਯਾਦ ਦੀ ਆਰਸੀ ਸਾਫ਼ ਕਰਕੇ ਰੱਖਣੀ, ਮੈਥੋਂ ਆਪਣੇ ਬਾਰੇ ਬਹੁਤ ਗੱਲਾਂ ਨਾ ਅਖਵਾਉਣੀਆਂ, ਸਗੋਂ ਬਹੁਤ ਕੁਝ ਉਹਨਾਂ ਘਟਨਾਵਾਂ ਅਤੇ ਵਿਅਕਤੀਆਂ ਸੰਬੰਧੀ ਲਿਖਵਾਉਣਾ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਹੋਇਆ। ਸਮਰੱਥਾ ਬਖਸ਼ੋ ਕਿ ਜੋ ਕੁਝ ਮੈਂ ਲਿਖਾਂ ਸੱਚੋ ਸੱਚ ਹੋਵੇ,
ਪਰ ਇਸ ਲਿਖਣ ਵਿੱਚ ਕੋਈ ਕੁੜੱਤਣ, ਲਾਗਤਬਾਜ਼ੀ ਜਾਂ ਦਿਲ ਦੁਖਾਵੀ ਗੱਲ ਨਾ ਆਵੇ। ਸੋ ਇਸ ਤਰ੍ਹਾਂ ਇੱਥੋਂ ਫਿਰ ਸਵੈ ਜੀਵਨੀ ਜਿਹੜੀ ਹੈ ਅੱਗੇ ਇੰਡੈਕਸ ਤਤਕਰਾ ਤੇ ਸਵੈ ਜੀਵਨੀ ਆਰੰਭ ਹੁੰਦੀ ਹੈ। ਔਰ ਉਹ ਜਦੋਂ ਸਵੈ ਜੀਵਨੀ ਪੜ੍ਹ ਰਿਹਾ ਸੀ ਤੇ ਪੁਰਾਤਨ ਲੋਕਾਂ ਦੀ ਜਿਹੜੀ ਜੀਵਨ ਸ਼ੈਲੀ ਸੀ ਉਹ ਪੜ੍ਹ ਕੇ ਹੈਰਾਨ ਹੋ ਰਿਹਾ ਸੀ ਵੀ ਕਿਤੇ ਨਾ ਕਿਤੇ ਉਹ ਅੱਜ ਦੇ ਇਸ ਦੌਰ ਦੇ ਵਿੱਚ ਸਾਡੀ ਜ਼ਿੰਦਗੀ ਵਿੱਚੋਂ ਮਨਫੀ ਹੋ ਚੁੱਕੀ ਹੈ। ਥੋੜ੍ਹੀ ਜਿਹੀ ਮੈਂ ਇਸ ਤੋਂ ਪਹਿਲਾਂ ਗੱਲ ਕਰਨੀ ਚਾਹੁੰਦਾ ਕਿ ਜਿਵੇਂ ਇੱਥੇ ਅਸੀਂ ਹੁਣੇ ਪੜ੍ਹੇ ਵੀ 1894 ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਹੁਣਾਂ ਦਾ ਜਨਮ ਹੁੰਦਾ ਹੈ ਔਰ 4 ਸਾਲ ਦੀ ਉਮਰ ਦੇ ਵਿੱਚ ਜਿਹੜੇ ਨੇ ਇਹ ਤੇਜ ਰਾਮ ਤੋਂ ਜਿਹੜਾ ਆ ਉਹ ਤੇਜਾ ਸਿੰਘ ਬਣਦੇ ਆ ਜਦੋਂ ਖੰਡੇ ਬਾਟੇ ਕੀ ਪਾਹੁਲ ਪ੍ਰਾਪਤ ਕਰਦੇ ਆ 4 ਸਾਲ ਬਾਅਦ 1898 ਦੇ ਵਿੱਚ। ਜੇ 20ਵੀਂ ਸਦੀ ਦੀ ਗੱਲ ਕਰੀਏ ਤਾਂ 20ਵੀਂ ਸਦੀ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਵੀ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤ ਬਤੌਰ ਇੱਕ ਸਫਲ ਅਧਿਆਪਕ, ਮੰਨੇ ਪ੍ਰਮੰਨੇ ਵਿਦਵਾਨ, ਸਾਹਿਤਕਾਰ, ਇਤਿਹਾਸਕਾਰ, ਕਵੀ, ਚਿੱਤਰਕਾਰ, ਵਿਆਕਰਣ ਮਾਹਰ, ਚਿੰਤਕ, ਧਰਮ ਪ੍ਰਚਾਰਕ ਤੇ ਸਮਾਜ ਸੁਧਾਰਕ ਕੌਣ ਸੀ? ਤੇ ਉੱਥੇ ਪ੍ਰਿੰਸੀਪਲ ਤੇਜਾ ਸਿੰਘ ਹੁਣਾਂ ਦਾ ਨਾਮ ਜਿਹੜਾ ਆ ਉਹ ਸਾਹਮਣੇ ਆਉਂਦਾ ਆ। ਕੇਵਲ ਸਾਹਿਤ ਪੱਖੋਂ ਹੀ ਨਹੀਂ, ਜਿਵੇਂ ਅਸੀਂ ਪੜ੍ਹਿਆ ਮੇਰੀ ਸਾਹਿਤ ਰਚਨਾ, ਉਹਨਾਂ ਨੇ ਸਾਹਿਤਕ ਖੇਤਰ ਦੇ ਵਿੱਚ ਜੋ ਨਾਮਣਾ ਖੱਟਿਆ, ਉਹਦੇ ਇਲਾਵਾ ਬਹੁਤ ਵੱਡੇ ਖੋਜ ਕਾਰਜ, ਸਿੱਖ ਦਰਸ਼ਨ ਦਾ ਕੰਮ, ਸਿੱਖ ਇਤਿਹਾਸ ਦਾ ਕੰਮ, ਗੁਰਬਾਣੀ ਵਿਆਕਰਣ ਦਾ ਕੰਮ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿੱਚ ਉਹਨਾਂ ਨੇ ਜੋ ਟੀਕਾ ਆਰੰਭ ਕੀਤਾ ਸੀਗਾ ਉਹ ਵੀ ਆਪਣੇ ਆਪ ਦੇ ਵਿੱਚ ਬਾਕਮਾਲ ਸੀਗਾ। ਇੱਥੇ ਕਿਥਾਂ ਹੀ ਬੜਾ ਖੂਬਸੂਰਤ ਉਹਨਾਂ ਨੇ ਜ਼ਿਕਰ ਕੀਤਾ ਕਿਤਾਬ ਦੇ ਵਿੱਚ ਵੀ ਕੀ ਫ਼ਰਕ ਹੈ ਕਿ ਜਦੋਂ ਇੱਕ ਅਣਜਾਣ ਬੰਦਾ ਜਿਹੜਾ ਆ ਤੁਹਾਡੀ ਬੋਲੀ ਦਾ ਮਾਹਰ ਨਹੀਂ ਹੁੰਦਾ ਉਹ ਟੀਕਾ ਕਰਦਾ ਹੈ ਤੇ ਕਿੱਥੇ ਕਿੱਥੇ ਗਲਤੀ ਕਰਦਾ ਹੈ। ਉਹ ਖਾਸ ਤੌਰ ਤੇ ਕਹਿੰਦੇ ਨੇ ਕਿ ਪਹਿਲਾਂ ਮੈਂ ਸੁਖਮਣੀ ਸਾਹਿਬ ਦਾ ਜੋ ਟੀਕਾ ਕੀਤਾ ਤੇ ਲੋਕਾਂ ਬਹੁਤ ਪਸੰਦ ਕੀਤਾ। ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਉਲਥਾ ਕਰ ਰਿਹਾ, ਢੰਗ ਉਹੀਓ ਅਪਣਾਇਆ ਮਾਫ ਕਰਨਾ ਢੰਗ ਉਹੀਓ ਅਪਣਾਇਆ ਜੋ ਸੁਖਮਣੀ ਸਾਹਿਬ ਨੂੰ ਉਲਥਾਉਣ ਵਿੱਚ ਕੀਤਾ ਸੀ। ਇਹ ਢੰਗ ਨਵਾਂ ਹੀ ਹੈ। ਕਹਿੰਦੇ ਇਹਦੇ ਵਿੱਚ ਅੱਖਰੀ ਅਰਥ ਨਹੀਂ ਹੁੰਦੇ ਜਿਵੇਂ ਟਰੰਪ ਜਾਂ ਮਕਲਫ ਨੇ ਕੀਤੇ ਨੇ, ਸਗੋਂ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਦੇ ਖਿਆਲ ਨੂੰ ਪੰਜਾਬੀ ਮਨ ਵਿੱਚ ਪਾ ਕੇ ਅੰਗਰੇਜ਼ੀ ਮੂੰਹ ਤੋਂ ਬਾਹਰ ਕੱਢਣਾ ਹੁੰਦਾ ਹੈ, ਕਿਉਂਕਿ ਹਰ ਕੌਮ ਦੀ ਬੋਲੀ ਦਾ ਆਪਣਾ ਮੁਹਾਵਰਾ ਹੁੰਦਾ ਹੈ। ਉਹਨੂੰ ਕਿਸੇ ਹੋਰ ਕੌਮ ਦੇ ਮੁਹਾਵਰੇ ਵਿੱਚ ਪਲਟਾਉਣ ਲੱਗਿਆ ਅੱਖਰੀ ਅਰਥ ਕਰਨਾ ਅਨਰਥ ਹੈ। ਸੋ ਕਿਤੇ ਨਾ ਕਿਤੇ ਜਿਹੜੀ ਹੈ ਉਹਨਾਂ ਨੇ ਇਹ ਟਰੰਪ ਜਾਂ ਮਕਲਫ ਵੱਲੋਂ ਕੀਤੇ ਗਏ ਅੰਗਰੇਜ਼ੀ ਟੀਕੇ ਨੂੰ ਰੱਦ ਕੀਤਾ ਆ ਕਿ ਉਹਨਾਂ ਨੇ ਅੱਖਰ ਟੂ ਅੱਖਰ ਜਿਹੜਾ ਆ ਵਰਡ ਟੂ ਵਰਡ ਉਹਦੀ ਵਿਆਖਿਆ ਅੰਗਰੇਜ਼ੀ ਵਿੱਚ ਕੀਤੀ ਹੈ। ਜਦ ਕਿ ਜਦੋਂ ਅਸੀਂ ਆਪਣੀ ਬੋਲੀ ਵਿੱਚ ਕਿਸੇ ਨੂੰ ਗੱਲ ਨੂੰ ਕਰਨਾ ਹੋਗਾ ਜਾਂ ਬੋਲੀ ਬਦਲ ਕੇ ਗੱਲ ਕਰਨਾ ਹੋਗਾ ਤਾਂ ਖਿਆਲ ਉਹਦੀ ਜਿਹੜੀ ਭਾਵ ਹੈ ਉਹ ਨਹੀਂ ਮਰਨਾ ਚਾਹੀਦਾ, ਉਹ ਉਹੀ ਰਹਿਣਾ ਚਾਹੀਦਾ। ਜੇ ਅੱਖਰੀ ਅਰਥ ਕਰਦੇ ਆ ਤੇ ਉਹ ਵਾਕਈ ਇਹ ਸੱਚ ਹੈ ਕਿ ਅਰਥਾਂ ਦਾ ਅਨਰਥ ਜਿਹੜਾ ਆ ਉਹ ਹੋ ਜਾਂਦਾ ਹੈ। ਇਹਦੇ ਇਲਾਵਾ ਬੜਾ ਸੋਹਣਾ ਜ਼ਿਕਰ ਕਿ ਕਿਵੇਂ ਉਹਨਾਂ ਨੇ ਸਾਹਿਤ ਦੇ ਖੇਤਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ, ਕਿਉਂਕਿ ਅੰਗਰੇਜ਼ੀ ਦੇ ਪ੍ਰੋਫੈਸਰ ਸਨ ਔਰ ਅਕੈਡਮਿਕ ਲੈਵਲ 'ਤੇ ਬਹੁਤ ਵੱਡੀਆਂ ਉਹਨਾਂ ਦੀਆਂ ਪ੍ਰਾਪਤੀਆਂ ਨੇ ਅਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰਾ ਜਿਹੜਾ ਸਾਹਿਤ ਹੈ ਉਹਦੀ ਰਚਨਾ ਕੀਤੀ। ਉਹਦੇ ਵਿੱਚੋਂ ਕੁਝ ਖਾਸ ਜੇ ਜ਼ਿਕਰ ਮੈਂ ਕੁਝ ਕੁ ਕਿਤਾਬਾਂ ਦਾ ਉਹਨਾਂ ਦਾ ਕਰਦਾ ਜਿਹੜੀਆਂ ਅੰਗਰੇਜ਼ੀ ਵਿੱਚ ਸੀਗੀਆਂ ਤਾਂ ਗਰੋਥ ਆਫ ਰਿਸਪੌਂਸਿਬਿਲਿਟੀ ਇਨ ਸਿੱਖਿਜ਼ਮ, ਅ ਸ਼ਾਰਟ ਹਿਸਟਰੀ ਆਫ ਦਾ ਸਿੱਖਸ, ਦਾ ਅਸਦੀਵਾਰ ਅੰਗਰੇਜ਼ੀ ਦੇ ਵਿੱਚ ਸੀਗੀ। ਇਹ ਵੀ ਹਾਈ ਰੋਡਸ ਆਫ ਸਿੱਖ ਹਿਸਟਰੀ, ਇਹ 3 ਭਾਗਾਂ ਦੇ ਵਿੱਚ ਸੀ। ਸਿੱਖਿਜ਼ਮ ਗੁਰਦੁਆਰਾ ਰਿਫਾਰਮ ਮੂਵਮੈਂਟ ਸਿੱਖਿਜ਼ਮ, ਔਰ ਇਹਦੇ ਨਾਲ ਹੀ ਸਿੱਖਿਜ਼ਮ ਇਟਸ ਆਈਡਲਸ ਐਂਡ ਇੰਸਟੀਟਿਊਸ਼ਨਸ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਜਿਹਦਾ ਮੈਂ ਜ਼ਿਕਰ ਕੀਤਾ ਵੀ ਪੂਰਾ ਨਹੀਂ ਕਰ ਸਕੇ। ਫਿਰ ਪੰਜਾਬੀ ਦੀਆਂ ਕਿਤਾਬਾਂ ਨਵੀਆਂ ਸੋਚਾਂ, ਸਹਿਜ ਸੁਭਾਅ, ਸੱਭਿਆਚਾਰ ਔਰ ਆਰਸੀ ਸਵੈ ਜੀਵਨ, ਸਾਹਿਤ ਦਰਸ਼ਨ, ਪੰਜਾਬੀ ਕਿਵੇਂ ਲਿਖੀਏ, ਸ਼ਬਦਾਂਤਕ ਲਗਾ ਮਾਤਰਾ, ਸ਼ਬਦਕੋਸ਼ ਦੇ ਵਿੱਚ ਵੀ ਉਹਨਾਂ ਨੇ ਬਹੁਤ ਵੱਡਾ ਜਿਹੜਾ ਆ ਉਹ ਕਾਰਜ ਨਿਭਾਇਆ। ਉਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਮਹਾਨ ਕੋਸ਼ ਦੀ ਜਿਹੜੀ ਰਚਨਾ ਹੋਈ ਹੈ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀਗਾ। ਔਰ ਇਹ ਵੀ ਜ਼ਿਕਰ ਹੈ ਕਿ ਉਹਦਾ ਜਿਹੜਾ ਪ੍ਰੀਫੇਸ ਸੀਗਾ ਉਹ ਪ੍ਰਿੰਸੀਪਲ ਤੇਜਾ ਸਿੰਘ ਹੁਣਾਂ ਵੱਲੋਂ ਲਿਖਿਆ ਗਿਆ ਸੀਗਾ। ਐਡੀ ਵੱਡੀ ਸ਼ਖਸੀਅਤ ਜੋ ਕਿ ਬਹੁਤ ਗਰੀਬ ਅਤੇ ਸਧਾਰਨ ਪਰਿਵਾਰ ਦੇ ਵਿੱਚ ਉੱਠਦੀ ਹੈ, ਪੈਦਾ ਹੁੰਦੀ ਹੈ, ਔਰ ਕਿੰਨਾ ਸੰਘਰਸ਼ ਵਿੱਦਿਆ ਦੀ ਪ੍ਰਾਪਤੀ ਦੇ ਵਾਸਤੇ, ਦੇਸ਼ ਦੀ ਆਜ਼ਾਦੀ ਦੇ ਜੋ ਅੰਦੋਲਨ ਸੀਗਾ ਉਹਦੇ ਵਿੱਚ ਵੀ ਹਿੱਸਾ ਲਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ, ਔਰ ਸਮੁੱਚੀ ਕੌਮ ਸਮੁੱਚੇ ਪੰਥ ਅੰਦਰ ਇੱਕ ਨਵੀਂ ਜਾਗਰਤੀ ਪੈਦਾ ਕਰਨ ਦੇ ਵਿੱਚ ਜੋ ਵੱਡਾ ਯੋਗਦਾਨ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਦਾ ਰਿਹਾ ਹੈ ਉਹ ਆਪਣੇ ਆਪ ਦੇ ਵਿੱਚ ਹੀ ਬਾਕਮਾਲ ਹੈ। ਔਰ ਪੰਜਾਬੀ ਸਾਹਿਤ ਨੂੰ ਅਮੀਰੀ ਬਖਸ਼ਦਿਆਂ ਇੱਕ ਨਵੀਂ ਸਿਨਫ ਜੋ ਕਿ ਕੇਵਲ ਅੰਗਰੇਜ਼ੀ ਵਿੱਚ ਆਟੋਬਾਇਓਗ੍ਰਾਫੀ ਦੇ ਨਾਮ ਨਾਲ ਜਾਣੀ ਜਾਂਦੀ ਸੀ, ਪੰਜਾਬੀ ਦੇ ਵਿੱਚ ਸਵੈ ਜੀਵਨੀ ਦੇ ਤੌਰ 'ਤੇ ਜਿਹੜਾ ਆ ਸ਼ੁਰੂਆਤ ਕਰਨ ਵਾਲੇ ਪ੍ਰਿੰਸੀਪਲ ਤੇਜਾ ਸਿੰਘ ਜਿਹੜਾ ਆ ਉਹਨਾਂ ਦੀ ਕਿਤਾਬ ਕਿਉਂ ਨਾ ਵਧੀਆ ਹੋਊਗੀ। ਬਹੁਤ ਸਾਰੇ ਐਸੇ ਕਿੱਸੇ, ਬਹੁਤ ਸਾਰੀਆਂ ਐਸੀਆਂ ਘਟਨਾਵਾਂ ਜੋ ਉਹਨਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ, ਜੋ ਉਹਨਾਂ ਦੇ ਮਾਪਿਆਂ ਦੇ ਨਾਲ ਜੁੜੀਆਂ, ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜੁੜੀਆਂ, ਜਾਂ ਉਸ ਵੇਲੇ ਜਿਵੇਂ ਜੇਲ੍ਹ ਯਾਤਰਾ ਲਾਹੌਰ ਕਿਲ੍ਹੇ ਦਾ ਗੱਲ ਹੈ, ਜੇਲ੍ਹ ਯਾਤਰਾ ਅੰਮ੍ਰਿਤਸਰ ਦੀ ਗੱਲ ਹੈ, ਵੀ ਕਿਹੜੇ ਕਾਰਨ ਸੀ ਵੀ ਜੇਲ੍ਹ ਯਾਤਰਾ ਕਰਨੀ ਪਈ। ਦੇਸ਼ ਦੀ ਆਜ਼ਾਦੀ ਦੇ ਵਾਸਤੇ,
ਔਰ ਸਿੱਖਾਂ ਦੇ ਹੱਕਾਂ ਦੀ ਖਾਤਰ ਬਹੁਤ ਸਾਰੇ ਮੋਰਚੇ, ਬਹੁਤ ਸਾਰੇ ਸਾਕੇ ਉਹਨਾਂ ਦਿਨਾਂ ਵਿੱਚ ਵਾਪਰਦੇ ਰਹੇ ਆ। ਇਹ 1923 ਔਰ 24 ਦੀ ਗੱਲ ਹੈ। ਤੇ ਉਹਦੇ ਨਾਲ ਦੀ ਨਾਲ ਜਿਹੜਾ ਆ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੀ ਕਿਹੋ ਜਿਹੀ ਦਲੇਰੀ ਹੁੰਦੀ ਸੀ, ਉਹ ਬੜਾ ਸੋਹਣਾ ਜ਼ਿਕਰ ਮੈਂ ਇੱਕ ਸੰਖੇਪ ਜਿਹਾ ਇੱਥੇ ਜ਼ਰੂਰ ਕਰਨਾ ਚਾਹੂੰਗਾ ਗੱਲਬਾਤ ਦੇ ਦੌਰਾਨ। ਕਹਿੰਦੇ ਵੀ ਇੱਕ ਵਾਰ ਕੀ ਹੋਇਆ ਵੀ ਸਾਡੇ ਪਰਿਵਾਰ ਦੇ ਵਿੱਚ ਕਹਿੰਦੇ ਮੇਰੀ ਜਿਹੜੀ ਬੇਬੇ ਸੀਗੇ, ਸੁਰਸਤੀ ਉਹਦਾ ਨਾਮ ਸੀਗਾ, ਬਹੁਤ ਤਕੜੇ ਸੀ। ਪਿਤਾ ਜੀ ਕਹਿੰਦੇ ਰਾਵਲਪਿੰਡੀ ਵਿੱਚ ਕੰਮ ਕਰਿਆ ਕਰਦੇ ਸਨ ਤੇ ਪਿੰਡ ਪਿੱਛੋਂ ਜਿਹੜਾ ਘਰ ਹੈ ਉਹਦੀ ਰਖਵਾਲੀ ਬੇਬੇ ਦੇ ਜ਼ਿੰਮੇ ਹੀ ਹੁੰਦੀ ਸੀ। ਤੇ ਰਖਵਾਲੀ ਕਹਿੰਦੇ ਐਡੇ ਵੱਡੇ ਘਰ ਦੀ ਕੋਈ ਸੌਖਾ ਕੰਮ ਨਹੀਂ ਸੀ ਹੁੰਦਾ। ਪਿੰਡ ਦਾ ਕੋਈ ਵੀ ਘਰ ਨੇੜੇ ਤੇੜੇ ਨਹੀਂ ਸੀ, ਸੋ ਔਖੇ ਵੇਲੇ ਸੀ ਕਿਸੇ ਨੂੰ ਆਵਾਜ਼ ਵੀ ਨਹੀਂ ਸੀ ਮਾਰ ਸਕਦੇ ਤੇ ਚੋਰਾਂ ਦੀ ਆਵਾਜਾਈ ਚੌਖੀ ਰਹਿੰਦੀ ਸੀ। ਖੈਰ ਕੀ ਹੋਇਆ, ਕਹਿੰਦੇ ਇੱਕ ਵਾਰੀ ਮੈਂ ਛੋਟਾ ਜਿਹਾ ਸਾਂ, ਮੇਰੇ ਸਾਹਮਣੇ ਸਾਡੇ ਘਰ ਨੂੰ ਸਣ ਲੱਗੀ। ਇੱਕ ਵਾਰੀ ਈਦ ਤੋਂ ਪਹਿਲਾਂ ਰਾਤ ਨੂੰ ਕੁਝ ਮੁਸਲਮਾਨ ਆ ਗਏ ਤੇ ਘਰ ਦੀ ਪਿਛਾਲੀ ਭੰਨਣ ਲੱਗੇ। ਬੇਜੀ ਨੇ ਵੇਖਿਆ ਵੀ ਚੋਰਾਂ ਨੇ ਬਾਹਰੋਂ ਕੁੰਡੀ ਲਾ ਕੇ ਸਾਨੂੰ ਘਰ ਦੇ ਅੰਦਰ ਬੰਦ ਕਰਤਾ। ਇੱਕ ਪਾਸੇ ਹੌਲੀ ਹੌਲੀ ਆਰਾਮ ਨਾਲ ਪਿਛਲੀ ਕੰਧ ਪਿੱਛੋਂ ਪੱਥਰ ਕੱਢੀ ਜਾਂਦੇ ਆ ਤੇ ਦੂਜੇ ਪਾਸੇ ਕੁਝ ਕੁ ਵਕਫੇ ਪਿੱਛੋਂ ਇੱਕ ਆਦਮੀ ਗਲੀ 'ਚ ਖੜੋ ਕੇ ਕਹਿੰਦਾ ਖਬਰਦਾਰ, ਜਾਗਦੇ ਰਹੋ। ਸੋ ਉਹ ਵੀ ਉਹਨਾਂ ਦਾ ਚੋਰ ਆਪਣਾ ਹੀ ਹੈ। ਮਾਲੂਮ ਹੁੰਦਾ ਸੀ ਕਿ ਪਿੰਡ ਦਾ ਚੌਕੀਦਾਰ ਵੀ ਰਲਿਆ ਹੋਇਆ। ਬੇਜੀ ਨੇ ਬਚਾਓ ਦਾ ਸਾਧਨ ਇਹ ਕੀਤਾ ਵੀ ਪਿਛਲੀ ਕੰਧ ਦੇ ਨਾਲ ਨਾਲ ਵੱਡੀਆਂ ਲੱਕੜਾਂ ਦੇ ਮੁੱਢ ਚਿਣ ਦਿੱਤੇ। ਜਦੋਂ ਚੋਰਾਂ ਨੇ ਕੰਧ ਵਿੱਚ ਚੋਖਾ ਮਘੋਰਾ ਕਰ ਲਿਆ ਤਾਂ ਬੇਜੀ ਨੇ ਲਲਕਾਰ ਕੇ ਕਿਹਾ, ਸੂਰੋ, ਇਹ ਤੁਸੀਂ ਈਦ ਮਨਾ ਰਹੇ ਹੋ? ਮੈਂ ਵੀ ਕੁਹਾੜਾ ਲੈ ਕੇ ਤੁਹਾਡੇ ਸੰਨ ਦੇ ਮੂਹਰੇ ਖੜੋਤੀ ਹਾਂ। ਜਿਹੜਾ ਤੁਹਾਡੇ ਵਿੱਚੋਂ ਪਹਿਲਾਂ ਅੰਦਰ ਵੜਨ ਦੀ ਕੋਸ਼ਿਸ਼ ਕਰੂ ਉਹਦਾ ਸਿਰ ਤਾਂ ਵੱਢੂੰਗੀ। ਚੋਰ ਮੌਜ ਨਾਲ ਹੱਸੀ ਜਾਂਦੇ ਰਹੇ ਤੇ ਹੁੱਕੇ ਦੀ ਗੁੜ-ਗੁੜ ਕਰੀ ਜਾਂਦੇ ਰਹੇ। ਉਹ ਤੋਂ ਹਟ ਕੇ ਉਹ ਇੱਕ ਹੋਰ ਥਾਂ ਮੋਰੀ ਕੱਢਣ ਲੱਗੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਰਾਤ ਲੰਘ ਗਈ ਪਰ ਉਹ ਅੰਦਰ ਨਾ ਆ ਸਕੇ। ਸੋ ਉਹ ਦਲੇਰੀ ਜਿਹੜੀ ਹੈ ਔਰਤਾਂ ਦੇ ਵਿੱਚ ਹੁੰਦੀ ਸੀਗੀ, ਉਹ ਚੀਜ਼ਾਂ ਵਾਕਈ ਸਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਸਾਡੇ ਉਹ ਪਰਿਵਾਰਾਂ ਦੇ ਵਿੱਚ ਅੱਜ ਕਿਤੇ ਨਾ ਕਿਤੇ ਮੰਨਫੀ ਹੈ। ਅਸੀਂ ਥੋੜ੍ਹੇ ਡਰੂ ਸੁਭਾਅ ਦੇ ਹੋ ਚੁੱਕੇ ਹਾਂ, ਰਿਸਕ ਨਹੀਂ ਲੈਣਾ ਚਾਹੁੰਦੇ। ਪਰ ਸਮਾਂ ਵੀ ਬਦਲਿਆ, ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਚੋਰ ਕਿਹੜੀ ਚੀਜ਼ ਲੈ ਕੇ ਆਇਆ ਜਾਂ ਕਿਹੜਾ ਉਹਦੇ ਕੋਲ ਹਥਿਆਰ ਲੇਟੈਸਟ ਟੈਕਨੋਲੋਜੀ ਦਾ ਹੈਗਾ। ਖੈਰ ਫਿਰ ਵੀ ਉਸ ਵੇਲੇ ਦੇ ਲੋਕਾਂ ਦੇ ਵਿੱਚ ਜੋ ਇਹ ਦਲੇਰੀ ਹੁੰਦੀ ਸੀ, ਉਹਦੇ ਇਲਾਵਾ ਆਪਣੇ ਦਾਦੇ ਨਾਲ ਜੁੜੀਆਂ ਘਟਨਾਵਾਂ ਬਾਕਮਾਲ ਨੇ। ਔਰ ਸਿੱਖ ਇਤਿਹਾਸ, ਸਿੱਖ ਵਿਚਾਰਧਾਰਾ ਔਰ ਉਸ ਵੇਲੇ ਦੇ ਸਮਕਾਲੀ ਸਿੱਖ ਵਿਦਵਾਨਾਂ ਦੇ ਜਿਹੜੀ ਸੋਚ ਸਮਝ ਜਾਂ ਵਿਚਾਰਧਾਰਾ ਸੀ ਉਹ ਕਿਹੋ ਜਿਹੀ ਸੀ, ਉਹਦੇ ਉੱਤੇ ਵੀ ਕਿਤੇ ਨਾ ਕਿਤੇ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਕਟਾਕਸ਼ ਕੀਤਾ ਹੈ। ਕੁੱਲ ਮਿਲਾ ਕੇ ਇਹ ਸਾਰੀ ਕਿਤਾਬ ਜਿਹੜੀ ਹੈ ਪੜ੍ਹਨ ਯੋਗ ਹੈ ਔਰ ਬਹੁਤ ਸਾਰਾ ਇਤਿਹਾਸਕ ਮਸਾਲਾ ਸਾਨੂੰ ਇਸ ਕਿਤਾਬ ਦੇ ਰਾਹੀਂ ਪ੍ਰਾਪਤ ਹੋ ਸਕਦਾ ਹੈ ਜੇ ਅਸੀਂ ਇੱਕ ਛੋਟੀ ਜਿਹੀ 160 ਕੁ ਪੰਨਿਆਂ ਦੀ ਕਿਤਾਬ ਜਿਹੜੀ ਹੈ ਉਹ ਖਰੀਦ ਕੇ ਪੜ੍ਹਦੇ ਹਾਂ। ਔਰ ਪੰਜਾਬੀ ਸਾਹਿਤ ਦੀ ਪਹਿਲੀ ਸਵੈ ਜੀਵਨੀ ਕਿਤਾਬ ਆਰਸੀ ਜੋ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਵੱਲੋਂ ਲਿਖੀ ਹੋਈ ਹੈ, ਲੋਕ ਸਾਹਿਤ ਨੇ ਪ੍ਰਕਾਸ਼ਿਤ ਕੀਤੀ ਹੈ। ਉਮੀਦ ਹੈ ਕਿਤਾਬ ਦੇ ਬਾਰੇ ਇੰਨੀ ਕੁ ਕੀਤੀ ਚਰਚਾ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।